Hello students, in this video lecture we are going to start 6th chapter of your first flight book, The 100 Dresses. As you know that this is second part of your 5th chapter. 5th chapter was first part of The 100 Dresses and this 6th lesson is second part of The 100 Dresses. ਜਿਵੇਂ ਕਿ ਅਸੀਂ ਉਸ ਚੈਪਟਰ ਵਿੱਚ ਵੇਖਿਆ ਸੀ ਕਿ ਵੈਂਡਾ ਪੈਟਰੋਨਸਕੀ ਇੱਕ ਪੋਲਿਸ਼ ਗਰਲ ਹੈ ਅਤੇ ਇੱਕ ਅਮਰੀਕਨ ਸਕੂਲ ਦੇ ਵਿੱਚ ਉਹ ਪੜ੍ਹ ਰਹੀ ਹੈ ਤੇ ਉਸਦੇ ਜੋ ਕਲਾਸਮੇਟ ਸਨ ਉਸਦੇ ਪੋਵਰਟੀ ਕਰਕੇ ਡਰੈਸ ਕਰਕੇ ਅਤੇ ਉਸਦੇ ਨੇਮ ਦੇ ਕਰਕੇ ਜੋ ਉਹਨਾਂ ਨੂੰ ਸਟਰੇਂਜ ਲੱਗਦਾ ਹੈ ਬੜਾ ਹੀ ਪਰੇਸ਼ਾਨ ਉਸ ਨੂੰ ਕਰਦੇ ਹਨ ਅਤੇ ਕੰਟੀਨਿਊਸਲੀ ਉਸ ਨੂੰ ਕੁਐਸਚਨ ਪੁੱਛਦੇ ਰਹਿੰਦੇ ਹਨ ਕਿ ਤੇਰੇ ਕੋਲ ਕਿੰਨੀਆਂ ਡਰੈਸਸ ਹਨ ਕਿੰਨੇ ਸ਼ੂਜ਼ ਹਨ ਇਸ ਤਰ੍ਹਾਂ ਦੇ ਕੁਐਸਚਨ ਪੁੱਛਦੇ ਰਹਿੰਦੇ ਹਨ 6th lesson ਦੇ ਵਿੱਚ ਆਪਾਂ ਉਹੀ ਲੈਸਨ ਕੰਟੀਨਿਊ ਕਰ ਰਹੇ ਹਾਂ while the class was circling the room the monitor from the principal's office brought Miss Mason a note ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਇੱਕ ਪੇਂਟਿੰਗ ਕੰਪੀਟੀਸ਼ਨ ਹੋਇਆ ਸੀ ਪੋਸਟਰ ਬਣਾਉਣੇ ਸੀ ਉਹਨਾਂ ਨੇ ਲੜਕੀਆਂ ਨੇ ਡਰੈਸਸ ਦੇ ਪੋਸਟਰ ਬਣਾਉਣੇ ਸੀ ਅਤੇ ਲੜਕਿਆਂ ਨੇ ਮੋਟਰ ਬਾਈਕਸ ਦੇ ਬਣਾਉਣੇ ਸੀ ਤੇ ਕਲਾਸ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਸੀ ਜੋ ਵੀ ਉਹਨਾਂ ਨੇ ਪੇਂਟਿੰਗਸ ਵਗੈਰਾ ਬਣਾਈਆਂ ਸਨ ਸਾਰੇ ਬੱਚੇ ਕੀ ਹੈ ਉੱਥੇ ਸਰਕਲ ਦੇ ਵਿੱਚ ਕੀ ਹੈ ਗੇੜੇ ਕੱਢ ਰਹੇ ਸਨ ਦੇਖ ਰਹੇ ਸਨ ਪੋਸਟਰਸ ਤੇ ਇੰਨੇ ਵਿੱਚ ਕੀ ਹੋਇਆ ਦਾ ਮੋਨੀਟਰ ਫਰੋਮ ਦਾ ਪ੍ਰਿੰਸੀਪਲਸ ਆਫਿਸ ਬ੍ਰੌਟ ਮਿਸ ਮੈਸਨ ਆ ਨੋਟ ਜੋ ਮੋਨੀਟਰ ਸੀ ਕਲਾਸ ਦਾ ਉਹ ਮਿਸ ਮੈਸਨ ਦੇ ਲਈ ਜੋ ਕਿ ਇਹਨਾਂ ਦੀ ਕਲਾਸ ਟੀਚਰ ਸੀ ਇੱਕ ਨੋਟ ਲੈ ਕੇ ਆਇਆ ਜੋ ਕਿ ਪ੍ਰਿੰਸੀਪਲ ਦੇ ਆਫਿਸ ਵਿੱਚੋਂ ਆਇਆ ਸੀ Miss Mason read it several times and studied it thoroughly for a while. Miss Mason ਨੇ ਇਹ ਨੋਟ ਕਈ ਵਾਰ ਪੜ੍ਹਿਆ ਅਤੇ ਸਟੱਡੀ ਕੀਤਾ ਇਸ ਨੂੰ thoroughly. Then she clapped her hands. ਫਿਰ ਉਸਨੇ ਕੀ ਹੈ ਆਪਣੇ ਹੱਥਾਂ ਨੂੰ ਕਲੈਪ ਕੀਤਾ ਸਾਰੀ ਕਲਾਸ ਦੀ ਕੀ ਹੈ ਅਟੈਂਸ਼ਨ ਆਪਣੇ ਵੱਲ ਖਿੱਚਣ ਦੇ ਲਈ ਉਸਨੇ ਆਪਣੇ ਹੱਥਾਂ ਨੂੰ ਕਲੈਪ ਕੀਤਾ Attention class, everyone back to their seats. ਕੀ ਕਿਹਾ ਉਸਨੇ ਬੱਚਿਆਂ ਨੂੰ ਕਿ ਹਰ ਕੋਈ ਆਪਣੀ ਸੀਟ ਦੇ ਉੱਪਰ ਚਲਾ ਜਾਵੇ When the shuffling of feet had stopped and the room was still and quiet, Miss Mason said, I have a letter from Vanda's father that I want to read to you. ਜਦ ਸਾਰੇ ਬੱਚੇ ਬਿਲਕੁਲ ਸ਼ਾਂਤੀ ਨਾਲ ਬੈਠ ਜਾਂਦੇ ਹਨ ਤਾਂ ਮਿਸ ਮੈਸਨ ਬੱਚਿਆਂ ਨੂੰ ਕੀ ਕਹਿੰਦੀ ਹੈ ਕਿ ਮੇਰੇ ਕੋਲ ਇੱਕ ਵੈਂਡਾ ਜੋ ਕਿ ਇੱਕ ਲੜਕੀ ਹੈ ਸਕੂਲ ਵਿੱਚ ਪੜ੍ਹਦੀ ਹੈ ਉਸਦੇ ਫਾਦਰ ਦੇ ਵੱਲੋਂ ਕੀ ਹੈ ਇੱਕ ਲੈਟਰ ਆਇਆ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਮੈਂ ਉਹ ਲੈਟਰ ਪੜ੍ਹ ਕੇ ਸੁਣਾਵਾਂ Miss Mason stood there a moment and the silence in the room grew tense and expectant. ਕੁਝ ਮੂਮੈਂਟਸ ਦੇ ਲਈ ਕੁਝ ਪਲਾਂ ਦੇ ਲਈ ਮਿਸ ਮੈਸਨ ਸ਼ਾਂਤ ਰਹੀ ਅਤੇ ਕਲਾਸ ਦੇ ਵਿੱਚ ਪੂਰੀ ਤਰ੍ਹਾਂ ਸਾਇਲੈਂਸ ਸੀ ਸਾਰੇ ਬੱਚੇ ਕੀ ਹੈ ਟੈਨਸ਼ਨ ਵਿੱਚ ਸਨ ਅਤੇ ਕੁਝ ਸੋਚ ਰਹੇ ਸਨ ਅੰਦਾਜ਼ੇ ਲਗਾ ਰਹੇ ਸਨ ਕਿ ਮਿਸ ਮੈਸਨ ਉਹਨਾਂ ਨੂੰ ਕੀ ਕਹਿਣ ਜਾ ਰਹੀ ਹੈ The teacher adjusted her glasses slowly and deliberately. ਟੀਚਰ ਨੇ ਆਪਣੀਆਂ ਐਨਕਾਂ ਆਪਣੀਆਂ ਗਲਾਸਸ ਕੀ ਹੈ ਐਡਜਸਟ ਕੀਤੀਆਂ ਬੱਚਿਆਂ ਦਾ ਧਿਆਨ ਆਪਣੇ ਵੱਲ ਹੋਰ ਆਕਰਸ਼ਿਤ ਕਰਨ ਦੇ ਲਈ ਹਰ ਮੈਨਰ ਇੰਡੀਕੇਟਡ ਦੈਟ ਵਟ ਵਾਸ ਕਮਿੰਗ ਟੀਚਰ ਦੇ ਢੰਗ ਤਰੀਕਿਆਂ ਤੋਂ ਉਹਨਾਂ ਦੇ ਮੈਨਰਸ ਤੋਂ ਕੀ ਪਤਾ ਲੱਗ ਰਿਹਾ ਸੀ ਕਿ ਜ਼ਰੂਰ ਕੋਈ ਸੀਰੀਅਸ ਗੱਲ ਹੈ This letter from Vanda's father was a matter of great importance. Everybody listened closely as Miss Mason read the brief note. ਇਹ ਜੋ ਲੈਟਰ ਸੀ ਮਿਸ ਲੈਟਰ ਵੈਂਡਾਸ ਦੇ ਫਾਦਰ ਵੱਲੋਂ ਆਇਆ ਸੀ ਤੇ ਹਰ ਕੋਈ ਕੀ ਹੈ ਬੜੇ ਹੀ ਧਿਆਨ ਨਾਲ ਇਸ ਨੂੰ ਸੁਣ ਰਿਹਾ ਸੀ ਤੇ ਮਿਸ ਮੈਸਨ ਜੋ ਸੀ ਉਸਨੇ ਇਸ ਲੈਟਰ ਨੂੰ ਪੜ੍ਹਿਆ ਬਰੀਫ ਨੋਟ ਨੂੰ ਪੜ੍ਹਿਆ ਕੀ ਲਿਖਿਆ ਹੋਇਆ ਸੀ ਲੈਟਰ ਦੇ ਵਿੱਚ ਡੀਅਰ ਟੀਚਰ ਮਾਈ ਵੈਂਡਾ ਵਿਲ ਨਾਟ ਕਮ ਟੂ ਯੂਰ ਸਕੂਲ ਐਨੀ ਮੋਰ ਜੈਕ ਆਲਸੋ ਕੀ ਲਿਖਿਆ ਸੀ ਵੈਂਡਾ ਦੇ ਫਾਦਰ ਨੇ ਕਿ ਮੇਰੀ ਬੇਟੀ ਤੁਹਾਡੇ ਸਕੂਲ ਦੇ ਵਿੱਚ ਵੈਂਡਾ ਤੁਹਾਡੇ ਸਕੂਲ ਦੇ ਵਿੱਚ ਨਹੀਂ ਆਵੇਗੀ ਅਤੇ ਜੈਕ ਵੀ ਨਹੀਂ ਆਵੇਗਾ ਜੋ ਕਿ ਵੈਂਡਾ ਦਾ ਹੀ ਬ੍ਰਦਰ ਇਸ ਸਕੂਲ ਵਿੱਚ ਪੜ੍ਹਦਾ ਸੀ ਨਾਓ ਵੀ ਮੂਵ ਅਵੇ ਟੂ ਬਿਗ ਸਿਟੀ ਹੁਣ ਅਸੀਂ ਇੱਕ ਵੱਡੇ ਸ਼ਹਿਰ ਦੇ ਵੱਲ ਜਾ ਰਹੇ ਹਾਂ ਨੋ ਮੋਰ ਹੌਲਰ ਪੋਲੈਕ ਹੁਣ ਕੋਈ ਵੀ ਕੀ ਹੈ ਪੋਲੈਕ ਸ਼ਬਦ ਦਾ ਰੌਲਾ ਨਹੀਂ ਪਾਵੇਗਾ ਪੋਲੈਕ ਕਿਸ ਨੂੰ ਕਹਿੰਦੇ ਹਨ ਪੋਲਿਸ਼ ਲੋਕਾਂ ਨੂੰ ਜੋ ਇਹ ਪੋਲਿਸ਼ ਸਨ ਓਰੀਜਨਲੀ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਇਹਨਾਂ ਲੋਕਾਂ ਨੂੰ ਪੋਲੈਕ ਕਿਉਂ ਕਿਹਾ ਜਾਂਦਾ ਸੀ ਜਦ ਇਹਨਾਂ ਨੂੰ ਕੋਈ ਹਰਟ ਕਰਨ ਦੇ ਲਈ ਕੁਝ ਬੋਲਿਆ ਜਾਂਦਾ ਨਾ ਤਾਂ ਇਹਨਾਂ ਪੋਲਿਸ਼ ਲੋਕਾਂ ਨੂੰ ਪੋਲੈਕ ਕਹਿੰਦੇ ਨੋ ਮੋਰ ਆਸਕ ਵਾਈ ਫਨੀ ਨੇਮ ਹੁਣ ਕੋਈ ਵੀ ਨਹੀਂ ਪੁੱਛੇਗਾ ਕਿ ਇਹ ਫਨੀ ਨੇਮ ਕਿਉਂ ਹੈ ਇਸ ਤਰ੍ਹਾਂ ਪੈਟਰੋਨਸਕੀ ਕਿਉਂ ਹੈ plenty of funny names in the big city ਕਿਉਂਕਿ ਵੱਡੇ ਸ਼ਹਿਰ ਵਿੱਚ ਤਾਂ ਇਸ ਤਰ੍ਹਾਂ ਦੇ ਫਨੀ ਨੇਮਸ ਵਾਲੇ ਬੜੇ ਲੋਕ ਰਹਿੰਦੇ ਹਨ yours truly Jan Petronsky ਤਾਂ ਕੀ ਲਿਖਿਆ ਵੈਂਡਾ ਦੇ ਫਾਦਰ ਨੇ yours truly ਆਪਣਾ ਨਾਮ ਲਿਖਿਆ ਥੱਲੇ ਜੈਨ ਪੈਟਰੋਨਸਕੀ
A deep silence met the reading of this letter. इस letter ਨੂੰ ਸੁਣ ਕੇ ਪੂਰੀ ਤਰ੍ਹਾਂ silence room ਦੇ ਵਿੱਚ ਹੋ ਜਾਂਦੀ ਹੈ. Miss Mason took off her glasses, blew on them and wiped them on her soft white handkerchief. Miss Mason ਆਪਣੀਆਂ glasses ਉਤਾਰਦੀ ਹੈ ਅਤੇ ਉਹਨਾਂ ਨੂੰ ਆਪਣੇ soft white handkerchief ਦੇ ਨਾਲ ਸਾਫ਼ ਕਰਦੀ ਹੈ. Then she put them on again and looked at the class. When she spoke, her voice was very low. ਉਸਨੇ ਫੇਰ ਐਨਕਾਂ ਲਗਾ ਲਈਆਂ ਅਤੇ ਕਲਾਸ ਦੇ ਸਾਹਮਣੇ ਕੁਝ ਬੋਲ ਰਹੀ ਸੀ ਅਤੇ ਬੜੀ ਹੀ ਹੌਲੀ ਆਵਾਜ਼ ਵਿੱਚ ਮਿਸ ਮੈਸਨ ਬੋਲ ਰਹੀ ਸੀ. I am sure that none of the boys and girls in room 13 would purposely and deliberately hurt anyone's feeling because his or her name happened to be a long, unfamiliar one. ਕੀ ਕਿਹਾ ਮਿਸ ਮੈਸਨ ਨੇ ਕਿ ਮੈਂ ਜਾਣਦੀ ਹਾਂ ਕਿ ਰੂਮ ਨੰਬਰ 13 ਦੇ ਵਿੱਚ ਕੋਈ ਵੀ ਜਾਣਬੁੱਝ ਕੇ ਕਿਸੇ ਦੀਆਂ ਫੀਲਿੰਗਸ ਹਰਟ ਨਹੀਂ ਕਰੇਗਾ ਕਿ ਉਸ ਦਾ ਨੇਮ ਲੌਂਗ ਹੈ ਤੇ ਅਨਫੈਮਿਲੀਅਰ ਨੇਮ ਲੱਗਦਾ ਹੈ, ਅਜੀਬ ਜਿਹਾ ਨੇਮ ਲੱਗਦਾ ਹੈ. ਇਸ ਗੱਲ ਕਰਕੇ ਤਾਂ ਸ਼ਾਇਦ ਕੋਈ ਕਿਸੇ ਦੀਆਂ ਫੀਲਿੰਗਸ ਨੂੰ ਹਰਟ ਨਹੀਂ ਕਰੇਗਾ. ਇਸ ਤਰ੍ਹਾਂ ਮੈਡਮ ਨੇ ਕਿਹਾ. ਆਈ ਪ੍ਰੈਫਰ ਟੂ ਥਿੰਕ ਦੈਟ what was said in thoughtfulness. ਕੀ ਮੈਡਮ ਕਹਿ ਰਹੇ ਹਨ ਕਿ ਮੈਂ ਸੋਚਦੀ ਹਾਂ ਕਿ ਜੋ ਵੀ ਹੋਇਆ ਕਲਾਸ ਦੇ ਵਿੱਚ ਉਸ ਬੱਚੀ ਦੀਆਂ ਫੀਲਿੰਗਸ ਹਰਟ ਹੋਈਆਂ, ਤੁਹਾਡੇ ਵੱਲੋਂ ਕੁਝ ਉਸ ਨੂੰ ਕਿਹਾ ਗਿਆ ਤੇ ਸ਼ਾਇਦ ਇਹ ਥਾਟਫੁਲਨੈਸ ਦੇ ਵਿੱਚ ਹੀ ਕਿਹਾ ਗਿਆ, ਸੋਚ ਸਮਝ ਕੇ ਕਿਸੇ ਨੇ ਵੀ ਸ਼ਾਇਦ ਉਸ ਦੀਆਂ ਫੀਲਿੰਗਸ ਨੂੰ ਹਰਟ ਨਹੀਂ ਕੀਤਾ ਹੋਵੇਗਾ. I know that all of you feel the way I do, that this is a very unfortunate thing to have happened. ਸ਼ਾਇਦ ਤੁਸੀਂ ਵੀ ਮੇਰੇ ਵਾਂਗ ਹੀ ਸੋਚ ਰਹੇ ਹੋ ਕਿ ਜੋ ਵੀ ਹੋਇਆ ਹੈ ਬੜਾ ਹੀ ਮੰਦਭਾਗਾ ਹੋਇਆ ਹੈ. Unfortunate and sad both, and I want you all to think about it. ਬੜਾ ਹੀ ਇਹ ਮੰਦਭਾਗਾ ਹੋਇਆ ਹੈ, ਬੜੀ ਹੀ ਮਾੜੀ ਗੱਲ ਹੋਈ ਹੈ ਅਤੇ ਮੈਂ ਇਹ ਗੱਲ ਸੋਚਦੀ ਹਾਂ ਕਿ ਤੁਸੀਂ ਵੀ ਇਸ ਬਾਰੇ ਦੁਬਾਰਾ ਸੋਚੋ. The first period was a study period. First period study period ਸੀ. Maddie tried to prepare her lessons but she could not put her mind on her work. ਮੈਡੀ ਨੇ ਕੋਸ਼ਿਸ਼ ਕੀਤੀ ਆਪਣਾ ਲੈਸਨ ਪ੍ਰਪੇਅਰ ਕਰਨ ਦੀ, ਪਰ ਉਹ ਆਪਣਾ ਮਨ ਲੈਸਨ ਦੇ ਵਿੱਚ ਨਾ ਪਾ ਸਕੀ. ਸ਼ੀ ਹੈਡ ਅ ਵੈਰੀ ਸਿਕ ਫੀਲਿੰਗਸ ਇਨ ਦਾ ਬਾਟਮ ਆਫ ਹਰ ਸਟਮਕ. ਉਹ ਆਪਣੇ ਪੇਟ ਦੇ ਵਿੱਚ ਬੜੀ ਹੀ ਇੱਕ ਬੈਡ ਫੀਲਿੰਗ ਮਹਿਸੂਸ ਕਰ ਰਹੀ ਸੀ ਕਿਉਂਕਿ ਉਸ ਨੂੰ ਇਸ ਗੱਲ ਦੀ ਟੈਨਸ਼ਨ ਸੀ ਕਿ ਜੋ ਵੀ ਹੋਇਆ ਇਹ ਵੈਂਡਾ ਪੈਟਰੋਨਸਕੀ ਇੱਥੋਂ ਚਲੀ ਗਈ, ਸ਼ਾਇਦ ਮੈਂ ਵੀ ਕਸੂਰਵਾਰ ਹਾਂ. ਆਪਣੇ ਆਪ ਨੂੰ ਵੀ ਇਸ ਗੱਲ ਦੇ ਲਈ ਕਸੂਰਵਾਰ ਮੰਨ ਰਹੀ ਸੀ, ਇਸੇ ਲਈ ਉਸ ਦਾ ਸਟੱਡੀ ਦੇ ਵਿੱਚ ਧਿਆਨ ਨਹੀਂ ਲੱਗ ਰਿਹਾ ਸੀ. True, she had not enjoyed listening to Peggy ask Wanda how many dresses she had in her closet. ਭਾਵੇਂ ਉਸਨੇ ਕਦੇ ਵੀ ਇਸ ਗੱਲ ਨੂੰ ਇੰਜੋਏ ਨਹੀਂ ਕੀਤਾ ਸੀ ਕਿ ਪੈਗੀ ਉਸ ਨੂੰ ਪੁੱਛਦੀ ਰਹਿੰਦੀ ਸੀ ਕਿ ਵੈਂਡਾ ਨੂੰ ਪੁੱਛਦੀ ਰਹਿੰਦੀ ਸੀ ਕਿ ਤੇਰੀਆਂ ਜੋ ਅਲਮੀਰਾ ਹੈ ਉਸ ਦੇ ਵਿੱਚ ਕਿੰਨੀਆਂ ਕੁ ਡਰੈਸਸ ਹਨ. ਇਸ ਗੱਲ ਨੂੰ ਵੈਂਡਾ ਪਸੰਦ ਨਹੀਂ, ਮੈਡੀ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਸੀ. ਬਟ ਸ਼ੀ ਹੈਡ ਸੈਡ ਨਥਿੰਗ. ਪਰ ਉਹ ਕੁਝ ਕਹਿੰਦੀ ਵੀ ਨਹੀਂ ਸੀ. She had stood by silently and that was just as bad as what Peggy had done. Worse. ਕੀ ਸੋਚਦੀ ਹੈ ਇਹ ਕਿ ਜਦ ਪੈਗੀ ਉਸ ਨੂੰ ਕੁਝ ਕਹਿ ਰਹੀ ਹੁੰਦੀ ਸੀ ਤੇ ਮੈਂ ਬਿਲਕੁਲ ਸ਼ਾਂਤ ਖੜੀ ਰਹਿੰਦੀ ਸੀ, ਇਹ ਤਾਂ ਉਸ ਤੋਂ ਵੀ ਮੈਂ ਮਾੜਾ ਕੀਤਾ, ਪੈਗੀ ਤੋਂ ਵੀ ਮੈਂ ਕੀ ਹੈ ਵਰਸ ਕੀਤਾ. She was a coward. ਆਪਣੇ ਆਪ ਨੂੰ ਉਹ ਕਾਇਰ ਮੰਨ ਰਹੀ ਹੈ. At least Peggy had not considered they were being mean, but she, Maddie, had thought they were doing wrong. ਭਾਵੇਂ ਦੀ ਕੀ ਹੈ ਪੈਗੀ ਇਹ ਗੱਲ ਨਹੀਂ ਮੰਨਦੀ ਸੀ ਕਿ ਉਹ ਕੁਝ ਗਲਤ ਕਰ ਰਹੇ ਸਨ, ਪਰ ਮੈਡੀ ਇਹ ਗੱਲ ਸੋਚ ਰਹੀ ਸੀ ਕਿ ਉਹਨਾਂ ਨੇ ਗਲਤ ਕੀਤਾ. She could put herself in Vanda's shoes. ਮੈਡੀ ਕੀ ਸੋਚ ਰਹੀ ਸੀ, ਉਹ ਆਪਣੇ ਆਪ ਨੂੰ ਵੈਂਡਾ ਦੀ ਜਗ੍ਹਾ ਤੇ ਰੱਖ ਕੇ ਸੋਚ ਰਹੀ ਸੀ. Goodness, was not there anything she could do? ਹੁਣ ਉਹ ਕੀ ਸੋਚ ਰਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹ ਕਰ ਸਕਣ, ਇਸ ਆਪਣੀ ਗਲਤੀ ਦਾ ਪਛਤਾਵਾ ਕਰ ਸਕਣ, ਇਸ ਨੂੰ ਦੁਬਾਰਾ ਸਥਿਤੀਆਂ ਨੂੰ ਠੀਕ ਕੀਤਾ ਜਾ ਸਕੇ. ਇਸ ਤਰ੍ਹਾਂ ਮੈਡੀ ਸੋਚ ਰਹੀ ਸੀ. If only she could tell Wanda she had not mean to hurt her feelings. ਕਾਸ਼ ਮੈਂ ਵੈਂਡਾ ਨੂੰ ਇਹ ਦੱਸ ਸਕਦੀ ਕਿ ਉਸ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੀਆਂ ਫੀਲਿੰਗਸ ਨੂੰ ਹਰਟ ਕੀਤਾ ਜਾਵੇ. She turned round and stole a glance at Peggy. ਉਹ ਥੋੜਾ ਜਿਹਾ ਮੁੜਦੀ ਹੈ ਤੇ ਪੈਗੀ ਦੇ ਵੱਲ ਦੇਖਦੀ ਹੈ. ਸਟੋਲ ਆ ਗਲੈਂਸ ਕੀ ਹੁੰਦਾ ਹੈ, ਆਪਾਂ ਇੱਕ ਨਿਗਾਹ ਕਿਸੇ ਦੇ ਵੱਲ ਜਦ ਕਰਦੇ ਆ ਨਾ, ਉਸ ਨੂੰ ਬਿਨਾ ਪਤਾ ਲੱਗੇ ਇੱਕ ਨਿਗਾਹ ਕਿਸੇ ਦੇ ਵੱਲ ਕਰਦੇ ਆ, ਉਸ ਨੂੰ ਸਟੋਲ ਆ ਗਲੈਂਸ ਕਹਿ ਦਿੰਦੇ ਹਨ. ਪੈਗੀ ਦੇ ਵੱਲ ਦੇਖਦੀ ਹੈ ਬਟ ਪੈਗੀ ਡਿਡ ਨਾਟ ਲੁੱਕ ਅਪ. ਪਰ ਪੈਗੀ ਨੇ ਉਸ ਦੇ ਵੱਲ ਨਾ ਦੇਖਿਆ. ਸ਼ੀ ਸੀਮ ਟੂ ਬੀ ਸਟੱਡਿੰਗ ਹਾਰਡ. ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੈਗੀ ਬੜੀ ਹੀ ਮਿਹਨਤ ਨਾਲ ਪੜ੍ਹ ਰਹੀ ਹੈ, ਉਸ ਦਾ ਧਿਆਨ ਮੈਡੀ ਦੇ ਵੱਲ ਨਾ ਗਿਆ.
well whether Peggy felt badly or not she Maddie ਹੁਣ ਇਹ ਤਾਂ ਨਹੀਂ ਕਲੀਅਰ ਕਿ ਪੈਗੀ ਵੀ ਉਨਾ ਹੀ ਬੁਰਾ ਮਹਿਸੂਸ ਕਰ ਰਹੀ ਸੀ ਪਰ ਮੈਡੀ had to do something ਪਰ ਮੈਡੀ ਕੀ ਸੋਚ ਰਹੀ ਹੈ ਕਿ ਮੈਨੂੰ ਕੁਝ ਕਰਨਾ ਹੀ ਪੈਣਾ ਹੈ ਕਿਉਂਕਿ ਇਹ ਬੜਾ ਹੀ ਬੁਰਾ ਮਹਿਸੂਸ ਕਰ ਰਹੀ ਹੈ ਕਿ ਵੈਂਡਾ ਪੈਟਰੋਂਸਕੀ ਦੇ ਨਾਲ ਜੋ ਵੀ ਹੋਇਆ ਉਹ ਸਕੂਲ ਛੱਡ ਕੇ ਚਲੀ ਗਈ ਉਹ ਮੇਰੇ ਕਰਕੇ ਹੋਇਆ ਹੈ ਆਪਣੇ ਆਪ ਨੂੰ ਇਹ ਕੀ ਹੈ ਗਿਲਟੀ ਫੀਲ ਕਰ ਰਹੀ ਹੈ she had to find ਵੈਂਡਾ ਪੈਟਰੋਂਸਕੀ ਕੀ ਸੋਚ ਰਹੀ ਹੈ ਕਿ ਮੈਨੂੰ ਤਾਂ ਵੈਂਡਾ ਪੈਟਰੋਂਸਕੀ ਨੂੰ ਲੱਭਣਾ ਹੀ ਪੈਣਾ ਹੈ maybe she had not yet moved away ਸ਼ਾਇਦ ਉਹ ਨਾ ਹਲੇ ਗਈ ਹੋਵੇ maybe Peggy would climb the heights with her ਸੋਚ ਰਹੀ ਹੈ ਕਿ ਸ਼ਾਇਦ ਪੈਗੀ ਵੀ ਉਸ ਦੇ ਨਾਲ ਉਸ ਦੇ ਘਰ ਵੱਲ ਜਾਵੇ ਉਸ ਨੂੰ ਲੱਭਣ ਦੇ ਲਈ ਸ਼ਾਇਦ ਪੈਗੀ ਵੀ ਮੇਰੇ ਨਾਲ ਹੀ ਚਲੀ ਜਾਵੇ and they would tell Vanda she had won the contest that they thought she was smart and the 100 dresses were beautiful ਕੀ ਸੋਚ ਰਹੀ ਹੈ ਕਿ ਪੈਗੀ ਵੀ ਸ਼ਾਇਦ ਮੇਰੇ ਨਾਲ ਚੱਲੇ ਅਤੇ ਅਸੀਂ ਵੈਂਡਾ ਨੂੰ ਦੱਸ ਸਕੀਏ ਕਿ ਉਸਨੇ ਉਹ ਜੋ ਪੇਂਟਿੰਗ ਕੰਟੈਸਟ ਸੀ ਉਹ ਜਿੱਤ ਲਿਆ ਹੈ ਅਤੇ ਉਸ ਦੀਆਂ ਸਾਰੀਆਂ ਡਰੈਸਸ ਹੀ 100 ਡਰੈਸਸ ਹੀ ਬਹੁਤ ਸੁੰਦਰ ਸਨ when school was dismissed in the afternoon ਜਦ afternoon ਨੂੰ ਸਕੂਲ ਬੰਦ ਹੋਇਆ Peggy said with pretended casualness ਬੜੇ ਹੀ ਦਿਖਾਵੇ ਜੇ ਵਾਲੀ ਇੱਕ ਆਪਣਾ ਬਿਹੇਵੀਅਰ ਦੇ ਵਿੱਚ ਬੜੇ ਦਿਖਾਵੇ ਵਾਲੇ ਬਿਹੇਵੀਅਰ ਦੇ ਵਿੱਚ ਪੈਗੀ ਕੀ ਕਹਿੰਦੀ ਹੈ hey let's go and see if that kid has left town or not ਕੀ ਕਹਿ ਰਹੀ ਹੈ ਇਹ ਚਲੋ ਦੇਖਦੇ ਹਾਂ ਕਿ ਵੈਂਡਾ ਜੋ ਹੈ ਉਹ ਸ਼ਹਿਰ ਛੱਡ ਕੇ ਚਲੀ ਗਈ ਹੈ ਕਿ ਨਹੀਂ ਹੁਣ ਇਹ ਦੇਖੋ ਪੈਗੀ ਦੇ ਮਨ ਦੇ ਵਿੱਚ ਵੀ ਇਹ ਗੱਲ ਹੈ ਕਿ ਮੈਂ ਵੀ ਇਹ ਗੱਲ ਦਾ ਪਤਾ ਕਰਾਂ ਕਿ ਪੈਗੀ ਚਲੀ ਗਈ ਹੈ ਕਿ ਨਹੀਂ ਪਰ ਉਹ ਆਪਣੇ ਵੱਲੋਂ ਇਹ ਸ਼ੋਅ ਨਹੀਂ ਕਰਨਾ ਚਾਹੁੰਦੀ ਕਿ ਮੈਂ ਕੰਸਰਨਡ ਆ ਵੈਂਡਾ ਦੇ ਪ੍ਰਤੀ ਮੈਂ ਕੰਸਰਨਡ ਆ ਵੈਸੇ ਉਹ ਕੀ ਹੈ ਇੱਕ ਦਿਖਾਵੇ ਜੇ ਵਾਲੀ ਕੀ ਹੈ ਗੱਲ ਇਹ ਕਹਿ ਰਹੀ ਹੈ ਕਿ ਚਲੋ ਆਪਾਂ ਦੇਖਦੇ ਹਾਂ ਜਾ ਕੇ ਮੈਡੀ ਨੂੰ ਕਹਿ ਰਹੀ ਹੈ ਕਿ ਜਾ ਕੇ ਵੇਖਦੇ ਹਾਂ ਉਹ ਬੱਚੀ ਚਲੀ ਗਈ ਹੈ ਜਾਂ ਨਹੀਂ ਗਈ ਹੈ so Peggy had the same idea Maddie glowed Peg was really all right ਹੁਣ ਜਦ ਮੈਡੀ ਨੇ ਇਹ ਸੋਚਿਆ ਦੇਖਿਆ ਕਿ ਪੈਗੀ ਵੀ ਚਾਹੁੰਦੀ ਹੈ ਕਿ ਅਸੀਂ ਜਾ ਕੇ ਵੈਂਡਾ ਨੂੰ ਦੇਖੀਏ ਤਾਂ ਮੈਡੀ ਇਸ ਗੱਲ ਉੱਤੇ ਕੀ ਹੈ ਖੁਸ਼ ਹੋ ਜਾਂਦੀ ਹੈ The two girls hurried out of the buildings up the street toward Begging Heights ਹੁਣ ਕੀ ਹੈ ਦੋਵੇਂ ਲੜਕੀਆਂ ਕੀ ਹੈ ਬੌਗਿੰਗਸ ਹਾਈਟ ਵੱਲ ਨੂੰ ਚੱਲ ਪੈਂਦੀਆਂ ਹਨ the part of the town that wore such a forbidding air ਇਹ ਸ਼ਹਿਰ ਦਾ ਕਿਹੜਾ ਇਲਾਕਾ ਸੀ ਜਿੱਥੇ ਬੜੀ ਹੀ ਅਨਫ੍ਰੈਂਡਲੀ 에ਅਰ ਸੀ ਬੜਾ ਹੀ ਇਸ ਤਰ੍ਹਾਂ ਦਾ ਐਟਮੋਸਫੀਅਰ ਸੀ ਅਨਫ੍ਰੈਂਡਲੀ ਐਟਮੋਸਫੀਅਰ ਸੀ ਜਿੱਧਰ ਵੈਂਡਾ ਪੈਟਰੋਂਸਕੀ ਦਾ ਘਰ ਸੀ on this kind of a November afternoon ਦਾ ਇਹ ਸਮਾਂ ਸੀ drizzly damp and dismal ਇਹ ਕੀ ਹੈ ਵੈਟ ਅਤੇ ਸੈਡ ਜਿਹਾ ਇੱਕ ਐਟਮੋਸਫੀਅਰ ਸੀ ਅਨਹੈਪੀਨੈਸ ਦਿਖ ਰਹੀ ਸੀ ਚਾਰੇ ਪਾਸੇ well at least said Peggy gruffly I never did call her a foreigner or make fun of her name ਪੈਗੀ ਕੀ ਕਹਿ ਰਹੀ ਹੈ ਆਪਣੇ ਡਿਫੈਂਸ ਵਿੱਚ ਜਾਂਦੇ ਜਾਂਦੇ ਗੱਲਾਂ ਕਰ ਰਹੀ ਹੈ ਬੜੇ ਰੁੱਖੇਪਨ ਨਾਲ ਗ੍ਰਿਫਲੀ ਕਹਿ ਰਹੀ ਹੈ ਕਿ ਚਲੋ ਮੈਂ ਉਸ ਨੂੰ ਕਦੇ ਫੋਰਨਰ ਤਾਂ ਨਹੀਂ ਕਿਹਾ ਨਾ ਹੀ ਮੈਂ ਉਸਦੇ ਨੇਮ ਉਸ ਦਾ ਇੱਕ ਜੋ ਅਜੀਬ ਜਿਹਾ ਨੇਮ ਸੀ ਉਸ ਦਾ ਇਸ ਤਰ੍ਹਾਂ ਨੇਮ ਲੈ ਕੇ ਉਸ ਨੂੰ ਕਦੇ ਮੈਂ ਪਰੇਸ਼ਾਨ ਤਾਂ ਨਹੀਂ ਕੀਤਾ I never thought she had the sense to know we were making fun of her anyway ਮੈਂ ਤਾਂ ਇਹ ਵੀ ਨਹੀਂ ਸੋਚਦੀ ਸੀ ਕਿ ਉਸ ਨੂੰ ਸਮਝ ਆ ਰਹੀ ਹੈ ਕਿ ਅਸੀਂ ਉਸ ਦਾ ਮਜ਼ਾਕ ਬਣਾ ਰਹੇ ਹਾਂ I thought she was too dumb and gee look how she can draw ਕੀ ਕਹਿ ਰਹੀ ਹੈ ਕਿ ਮੈਂ ਤਾਂ ਇਹ ਸੋਚਦੀ ਸੀ ਕਿ ਉਹ ਬੜੀ ਹੀ ਮੂਰਖ ਜਿਹੀ ਲੜਕੀ ਹੈ ਡਮ ਜਿਹੀ ਲੜਕੀ ਹੈ ਅਤੇ ਵੇਖੋ ਕਿੰਨਾ ਵਧੀਆ ਡਰਾਇੰਗ ਕਰ ਸਕਦੀ ਸੀ ਮੈਡੀ could say nothing ਮੈਡੀ ਕੁਝ ਵੀ ਨਾ ਬੋਲੀ ਇਹ ਗੱਲ ਸੁਣ ਕੇ all she hoped was that they would find ਵੈਂਡਾ ਉਹ ਬਸ ਇਹੀ ਆਸ ਕਰ ਰਹੀ ਸੀ ਕਿ ਉਹ ਵੈਂਡਾ ਨੂੰ ਲੱਭ ਲੈਣ she wanted to tell her that they were sorry they had picked on her ਉਹ ਕੀ ਹੈ ਸਿਰਫ ਇਹ ਗੱਲ ਉਸ ਨੂੰ ਕਹਿਣਾ ਚਾਹੁੰਦੀ ਸੀ ਕਿ ਉਹ ਸੌਰੀ ਫੀਲ ਕਰਦੇ ਹਨ ਕਿ ਉਹਨਾਂ ਨੇ ਉਸ ਦਾ ਮਜ਼ਾਕ ਬਣਾਇਆ ਐਂਡ ਹਾਊ ਵੰਡਰਫੁਲ ਦਾ ਹੋਲ ਸਕੂਲ ਥੌਟ ਸ਼ੀ ਵਾਸ ਅਤੇ ਸਾਰਾ ਸਕੂਲ ਕਿਵੇਂ ਸੋਚਦਾ ਹੈ ਕਿ ਉਹ ਕਿੰਨੀ ਵੰਡਰਫੁਲ ਸੀ ਕਿੰਨੀ ਚੰਗੀ ਸੀ ਐਂਡ ਪਲੀਜ਼ ਨਾਟ ਟੂ ਮੂਵ ਅਵੇ ਐਂਡ ਐਵਰੀਬਾਡੀ ਵੁੱਡ ਬੀ ਨਾਈਸ ਅਤੇ ਕਿਰਪਾ ਕਰਕੇ ਉਹ ਉੱਥੋਂ ਨਾ ਜਾਵੇ ਕਿਉਂਕਿ ਸਾਰੇ ਹੀ ਉਸ ਦੇ ਨਾਲ ਹੁਣ ਵਧੀਆ ਵਿਵਹਾਰ ਕਰਨਗੇ ਸ਼ੀ ਐਂਡ ਪੈਗੀ ਵੁੱਡ ਫਾਈਟ ਐਨੀਬਾਡੀ ਹੂ ਵਾਸ ਨਾਟ ਨਾਈਸ ਉਹ ਅਤੇ ਪੈਗੀ ਉਸ ਦੇ ਨਾਲ ਲੜ ਹੀ ਪੈਣਗੀਆਂ ਜੇਕਰ ਕਿਸੇ ਨੇ ਵੀ ਉਸ ਦੇ ਨਾਲ ਚੰਗਾ ਵਿਵਹਾਰ ਨਾ ਕੀਤਾ The two girls hurried on ਦੋਵੇਂ ਲੜਕੀਆਂ ਚਲੀਆਂ ਜਾ ਰਹੀਆਂ ਸਨ they hoped to get to the top of the hill before dark ਕਿਉਂਕਿ ਉਹ ਆਸ ਕਰ ਰਹੀਆਂ ਸਨ ਕਿ ਹਨੇਰਾ ਹੋਣ ਤੋਂ ਪਹਿਲਾਂ ਉਹ ਪਹਾੜੀ ਦੇ ਟੌਪ ਉੱਪਰ ਪਹੁੰਚ ਜਾਣ I think that is where the Petronsky live said Maddie pointing to a little white house
ਇੱਕ ਛੋਟੇ ਜਿਹੇ ਵਾਈਟ ਹਾਊਸ ਦੇ ਵੱਲ ਇਸ਼ਾਰਾ ਕਰਦੇ ਹੋਏ ਮੈਡੀ ਨੇ ਕੀ ਕਿਹਾ ਕਿ ਸ਼ਾਇਦ ਉਸ ਵਾਈਟ ਹਾਊਸ ਦੇ ਵਿੱਚ ਹੀ, ਉਸ ਸਫੇਦ ਘਰ ਦੇ ਵਿੱਚ ਹੀ ਵੈਂਡਾ ਰਹਿੰਦੀ ਹੈ। wisps of old grass stuck up here and there along the pathway like thin kittens। ਹੁਣ ਕੀ ਹੈ, ਛੋਟੇ ਛੋਟੇ ਘਾਹ ਦੇ ਗੁੱਛੇ ਉਸ ਰਸਤੇ ਦੇ ਉੱਪਰ ਉੱਗੇ ਹੋਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਥੋੜੀ ਥੋੜੀ ਜਗ੍ਹਾ ਦੇ ਉੱਪਰ ਕੀ ਹੈ, ਬਿੱਲੀ ਦੇ ਬੱਚੇ ਬੈਠੇ ਹੋਣ। ਇਸ ਤਰ੍ਹਾਂ ਕੀ ਹੈ, ਉਹ ਜੋ ਰਸਤਾ ਸੀ ਇਸ ਤਰ੍ਹਾਂ ਦਾ ਸੀ, ਥੋੜੀ ਥੋੜੀ ਜਗ੍ਹਾ ਦੇ ਉੱਪਰ ਕੀ ਹੈ, ਘਾਹ ਉੱਗਿਆ ਹੋਇਆ ਸੀ। The house and its sparse little yard looked shabby but clean। ਪਰ ਉਹ ਜੋ ਘਰ ਸੀ ਵੈਂਡਾ ਦਾ, ਇਹ ਕੀ ਹੈ, ਸਪੇਅਰਸ ਲਿਟਲ ਕੀ ਹੈ, ਇੱਕ ਸਮਾਲ ਛੋਟਾ ਜਿਹਾ ਕੀ ਹੈ ਵਿਹੜਾ ਸੀ, ਯਾਰਡ ਸੀ, ਉਹ ਬੜਾ ਹੀ ਭੱਦਾ ਜਿਹਾ ਸੀ ਪਰ ਕਲੀਨ ਸੀ। ਘਰ ਕਿਹੋ ਜਿਹਾ ਸੀ, ਛੋਟਾ ਜਿਹਾ ਵਿਹੜਾ ਸੀ ਉਸਦੇ ਘਰ ਦਾ, ਭੱਦਾ ਜਿਹਾ ਲੱਗਦਾ ਸੀ, ਪਰ ਕੀ ਹੈ, ਘਰ ਉਸਦਾ ਕਲੀਨ ਸੀ। ਇਟ ਰਿਮਾਈਂਡਡ ਮੈਡੀ ਆਫ ਵੈਂਡਾਜ਼ ਵਨ ਡਰੈਸ। ਇਸ ਗੱਲ ਨੇ ਉਸਦੇ ਘਰ ਨੂੰ ਦੇਖ ਕੇ ਵੈਂਡਾ ਨੂੰ ਮੈਡੀ ਨੂੰ ਕੀ ਹੈ, ਵੈਂਡਾ ਦੀ ਉਹ ਡਰੈਸ ਯਾਦ ਆ ਗਈ। ਕਿਹੜੀ ਡਰੈਸ? ਹਰ ਫੇਡਡ ਬਲੂ ਕਾਟਨ ਡਰੈਸ, ਸ਼ੈਬੀ ਬਟ ਕਲੀਨ, ਜੋ ਕਿ ਭੱਦੀ ਜਿਹੀ ਸੀ ਪਰ ਸਾਫ਼ ਸੀ। There was not a sign of life about the house। Peggy knocked firmly on the door। ਹੁਣ ਕੀ ਹੈ, ਕੋਈ ਵੀ ਚਿੰਨ੍ਹ ਨਹੀਂ ਸੀ, ਸਾਈਨ ਆਫ ਲਾਈਫ। ਇਸ ਤਰ੍ਹਾਂ ਲੱਗਦਾ ਸੀ ਕਿ ਘਰ ਵਿੱਚ ਕੋਈ ਵੀ ਨਹੀਂ ਹੈ, ਪਰ ਫਿਰ ਵੀ ਕੀ ਹੈ, ਪੈਗੀ ਨੇ ਡੋਰ ਦੇ ਉੱਪਰ ਨੌਕ ਕੀਤਾ। But there was no answer। ਪਰ ਕੋਈ ਵੀ ਆਨਸਰ ਨਹੀਂ ਮਿਲਿਆ। She and Maddie went around to the backyard and knocked there। ਉਹ ਅਤੇ ਮੈਡੀ ਪਿਛਲੇ ਵਿਹੜੇ ਵੱਲ ਗਈਆਂ ਅਤੇ ਉਧਰੋਂ ਵੀ ਨੌਕ ਕੀਤਾ, ਪਰ ਕੋਈ ਵੀ ਆਨਸਰ ਨਾ ਮਿਲਿਆ। Still there was no answer। ਕੋਈ ਵੀ ਆਨਸਰ ਨਹੀਂ ਸੀ। There was no doubt about it। The Petronskis were gone। How could they ever make amends। ਹੁਣ ਕੋਈ ਵੀ ਸ਼ੱਕ ਨਹੀਂ ਰਿਹਾ ਸੀ ਕਿ ਪੈਟਰੋਨਸਕੀ ਚਲੇ ਗਏ ਹਨ ਅਤੇ ਹੁਣ ਇਹ ਸੋਚ ਰਹੀਆਂ ਸਨ ਕਿ ਅਸੀਂ ਕਿਸ ਤਰ੍ਹਾਂ ਆਪਣੀ ਗਲਤੀ ਦਾ ਪਛਤਾਵਾ ਕਰਾਂਗੇ। They turned slowly and made their way back down the hill। ਉਹ ਹੌਲੀ ਹੌਲੀ ਉੱਥੋਂ ਮੁੜੀਆਂ ਕਿਉਂਕਿ ਹੁਣ ਇਹ ਉਦਾਸ ਸਨ। ਇਹਨਾਂ ਦੀ ਜੋ ਗਤੀ ਹੈ ਵਾਪਸ ਆਉਣ ਵੇਲੇ ਬੜੀ ਹੀ ਹੌਲੀ ਹੈ ਅਤੇ ਪਹਾੜੀ ਤੋਂ ਹੇਠਾਂ ਆ ਰਹੀਆਂ ਹਨ। Well anyway said Peggy, she has gone now, so what can we do। ਚਲੋ ਹੁਣ ਉਹ ਚਲੀ ਗਈ ਹੈ, ਪੈਗੀ ਨੇ ਕਿਹਾ, ਹੁਣ ਉਹ ਚਲੀ ਹੀ ਗਈ ਹੈ ਜਦ, ਤਾਂ ਹੁਣ ਅਸੀਂ ਕਰ ਕੀ ਸਕਦੇ ਹਾਂ। Besides, ਇਸ ਤੋਂ ਇਲਾਵਾ when I was asking her about all her dresses, she probably was getting good ideas for her drawings। She might not even have won the contest otherwise। ਅਤੇ ਪੈਗੀ ਹੁਣ ਆਪਣੇ ਡਿਫੈਂਸ ਵਿੱਚ ਇੱਕ ਗੱਲ ਹੋਰ ਕਹਿ ਰਹੀ ਹੈ ਕਿ ਜਦ ਅਸੀਂ ਉਸਨੂੰ ਉਸਦੀਆਂ ਡਰੈਸਸ ਬਾਰੇ ਗੱਲਾਂ ਕਰਦੇ ਸੀ ਨਾ, ਸ਼ਾਇਦ ਉਹ ਆਪਣੀਆਂ ਜੋ ਇਹ 100 ਡਰੈਸਸ ਬਣਾਈਆਂ ਹਨ ਇਹਨਾਂ ਦੇ ਲਈ ਵੀ ਉਹ ਆਈਡੀਆ ਲੈ ਰਹੀ ਸੀ। ਅਤੇ ਜੇਕਰ ਇਸ ਤਰ੍ਹਾਂ ਉਸਦੇ ਨਾਲ ਅਸੀਂ ਡਰੈਸਸ ਬਾਰੇ ਗੱਲਾਂ ਨਾ ਕੀਤੀਆਂ ਹੁੰਦੀਆਂ ਤੇ ਸ਼ਾਇਦ ਉਹ ਇਹ ਕੰਟੈਸਟ ਵੀ ਨਾ ਜਿੱਤ ਸਕਦੀ। ਮੈਡੀ ਟਰਨ ਦਿਸ ਆਈਡੀਆ ਕੇਅਰਫੁਲੀ ਓਵਰ ਹਰ ਹੈਡ। ਮੈਡੀ ਨੇ ਵੀ ਇਸ ਵਿਚਾਰ ਨੂੰ ਆਪਣੇ ਮਾਈਂਡ ਦੇ ਵਿੱਚ ਘੁਮਾਇਆ। For if there were anything in it, she would not have to feel so badly। ਕਿ ਸ਼ਾਇਦ ਪੈਗੀ ਦੀ ਇਹ ਗੱਲ ਠੀਕ ਹੀ ਹੋਵੇ ਤੇ ਮੈਨੂੰ ਵੀ ਕੁਝ ਪਛਤਾਵਾ ਜੋ ਮੇਰੇ ਅੰਦਰ ਹੈ ਉਹ ਸ਼ਾਇਦ ਘਟ ਜਾਵੇ। ਇਸ ਤਰ੍ਹਾਂ ਮੈਡੀ ਵੀ ਹੁਣ ਸੋਚ ਰਹੀ ਸੀ। But that night she could not get to sleep। ਪਰ ਉਸ ਰਾਤ ਮੈਡੀ ਸੌ ਨਾ ਸਕੀ। She thought about Vanda and her faded blue dress and the little house she had lived in। ਉਹ ਵੈਂਡਾ ਦੀ ਉਸ ਫੇਡਡ ਬਲੂ ਡਰੈਸ ਬਾਰੇ ਸੋਚਦੀ ਰਹੀ ਅਤੇ ਵੈਂਡਾ ਦੇ ਉਸ ਘਰ ਬਾਰੇ ਸੋਚਦੀ ਰਹੀ ਜਿੱਥੇ ਵੈਂਡਾ ਰਹਿੰਦੀ ਸੀ। ਐਂਡ ਸ਼ੀ ਥਾਟ ਆਫ ਦਾ ਗਲੋਇੰਗ ਪਿਕਚਰਸ ਦੋਜ਼ 100 ਡਰੈਸਸ ਮੇਡ ਆਲ ਲਾਈਨਡ ਅਪ ਇਨ ਦਾ ਕਲਾਸਰੂਮ। ਅਤੇ ਉਹ 100 ਡਰੈਸਸ ਦੀਆਂ ਜੋ ਪਿਕਚਰ ਸਨ ਜੋ ਕਲਾਸਰੂਮ ਦੇ ਵਿੱਚ ਲਟਕ ਰਹੀਆਂ ਸਨ, ਉਹ ਵੀ ਕੀ ਹੈ, ਵੈਂਡਾ ਦੇ ਮਾਈਂਡ ਦੇ ਵਿੱਚ ਘੁੰਮ ਰਹੀਆਂ ਸਨ। At last Maddie sat up in bed and passed her forehead tight in her hands and really thought। ਹੁਣ ਕੀ ਹੈ, ਵੈਂਡਾ ਨੇ ਮੈਡੀ ਨੇ ਕੀ ਹੈ, ਆਪਣਾ ਹੱਥਾਂ ਦੇ ਵਿੱਚ ਆਪਣੇ ਸਿਰ ਨੂੰ ਫੜਿਆ। ਬਹੁਤ ਜ਼ਿਆਦਾ ਟੈਨਸ਼ਨ ਵਿੱਚ ਸੀ ਇਹ ਅਤੇ ਹੁਣ ਕੀ ਹੈ, ਉਹ ਗੰਭੀਰ ਸੋਚ ਵਿੱਚ ਪੈ ਜਾਂਦੀ ਹੈ। This was the hardest thinking she had ever done। ਇਹ ਸਭ ਤੋਂ ਜ਼ਿਆਦਾ ਗੰਭੀਰ ਸੋਚ ਵਿੱਚ ਸੀ। ਅੱਜ ਤੱਕ ਇੰਨੀ ਗੰਭੀਰ ਸੋਚ ਵਿੱਚ ਕਦੇ ਵੀ ਮੈਡੀ ਨਹੀਂ ਪਈ ਸੀ। After a long time she reached an important conclusion। ਲੰਮਾ ਸਮਾਂ ਸੋਚਣ ਤੋਂ ਬਾਅਦ ਉਹ ਇੱਕ ਮਹੱਤਵਪੂਰਨ ਸਿੱਟੇ ਉੱਪਰ ਪਹੁੰਚੀ। She was never going to stand by and say nothing again। ਕੀ ਸੋਚ ਰਹੀ ਹੈ ਮੈਡੀ ਕਿ ਅੱਗੇ ਤੋਂ ਮੈਂ ਇਸ ਤਰ੍ਹਾਂ ਖੜੀ ਨਹੀਂ ਰਵਾਂਗੀ। ਜੇਕਰ ਕੋਈ ਕਿਸੇ ਦਾ ਇਸ ਤਰ੍ਹਾਂ ਕੀ ਹੈ ਲੈਗ ਪੁਲਿੰਗ ਕਰੇਗਾ, ਕਿਸੇ ਨੂੰ ਤੰਗ ਕਰੇਗਾ ਤੇ ਫਿਊਚਰ ਦੇ ਵਿੱਚ ਮੈਂ ਇਸ ਤਰ੍ਹਾਂ ਕੋਲੇ ਖੜੀ ਦੇਖਾਂਗੀ ਨਹੀਂ। If she ever heard anybody picking on someone because they were funny looking or because they had strange name, she would speak up।
की सोच रही है कि जेकर किसी को कोई फनी नेम करके ਜਾਂ उसकी लुकिंग करके किसी को छेड़ेगा, परेशान करेगा, टीज करेगा, तो मैं इस तरह खड़ी नहीं रवांगी, मैं बोलांगी। ईवन इफ इट मीन लॉजिंग पैगीज फ्रेंडशिप, इस दे लई भावें उसनूं पैगी दी फ्रेंडशिप ही क्यों ना गवाउणी पवे। शी हैड नो वे ऑफ मेकिंग थिंग्स राइट विद वैंडा, बट फ्रॉम नाउ ऑन शी वुड नैवर मेक एनीबॉडी एल्स दैट अनहैप्पी अगेन। ਹੁਣ ਕੀ ਹੈ, ਉਹ ਕੁਝ ਵੀ ਇਸ ਤਰ੍ਹਾਂ ਨਹੀਂ ਕਰ ਸਕਦੀ ਸੀ, ਕੋਈ ਰਸਤਾ ਉਸਦੇ ਕੋਲ ਨਹੀਂ ਸੀ ਕਿ ਵੈਂਡਾ ਦੇ ਨਾਲ ਉਹ ਦੁਬਾਰਾ ਫਰੈਂਡਸ਼ਿਪ ਕਰ ਸਕੇ, ਇਹਨਾਂ ਸਾਰੀਆਂ ਸਥਿਤੀਆਂ ਨੂੰ ਠੀਕ ਕਰ ਸਕੇ। ਪਰ ਕੀ ਸੋਚ ਰਹੀ ਹੈ ਉਹ, ਸ਼ੀ ਵੁਡ ਨੈਵਰ ਮੇਕ ਐਨੀਬਡੀ ਐਜ਼ ਦੈਟ ਅਨਹੈਪੀ ਅਗੇਨ, ਕਿ ਭਵਿੱਖ ਵਿੱਚ ਉਹ ਕਿਸੇ ਨੂੰ ਵੀ ਇਸ ਤਰ੍ਹਾਂ ਅਨਹੈਪੀ ਨਹੀਂ ਕਰੇਗੀ। ਔਨ ਸੈਚਰਡੇ ਮੈਡੀ ਸਪੈਂਟ ਦਾ ਆਫਟਰਨੂਨ ਵਿਦ ਪੈਗੀ। ਸੈਚਰਡੇ ਦਾ ਦਿਨ ਸੀ, ਮੈਡੀ ਨੇ ਕੀ ਹੈ ਆਫਟਰਨੂਨ ਬਾਅਦ ਦੁਪਹਿਰ ਕਿਸ ਨਾਲ ਬਿਤਾਈ, ਪੈਗੀ ਦੇ ਨਾਲ। ਦੇ ਵਰ ਰਾਈਟਿੰਗ ਏ ਲੈਟਰ ਟੂ ਵੈਂਡਾ ਪੈਟਰੋਨਸਕੀ। ਕੀ ਕਰ ਰਹੀਆਂ ਹਨ ਇਹ ਦੋਵੇਂ, ਸੈਚਰਡੇ ਦੇ ਇਹ ਦਿਨ ਕੀ ਕਰ ਰਹੀਆਂ ਹਨ, ਵੈਂਡਾ ਪੈਟਰੋਨਸਕੀ ਨੂੰ ਇੱਕ ਲੈਟਰ ਲਿਖ ਰਹੀਆਂ ਹਨ। ਇਟ ਵਾਸ ਜਸਟ ਅ ਫਰੈਂਡਲੀ ਲੈਟਰ ਟੈਲਿੰਗ ਅਬਾਊਟ ਦਾ ਕੰਟੈਸਟ ਐਂਡ ਟੈਲਿੰਗ ਵੈਂਡਾ ਸ਼ੀ ਹੈਡ ਵੌਨ। ਇਹ ਸਿਰਫ ਇੱਕ ਫਰੈਂਡਲੀ ਲੈਟਰ ਸੀ ਵੈਂਡਾ ਨੂੰ ਦੱਸਣ ਦੇ ਲਈ ਕਿ ਉਹ ਕਿਸ ਤਰ੍ਹਾਂ ਦੀ ਹੈ, ਉਸ ਨੂੰ ਪੁੱਛਣ ਦੇ ਲਈ ਕਿ ਉਸ ਦਾ ਹਾਲ ਚਾਲ ਕਿਸ ਤਰ੍ਹਾਂ ਦਾ ਹੈ, ਅਤੇ ਇਹ ਦੱਸਣ ਦੇ ਲਈ ਕਿ ਉਸਨੇ ਉਹ ਜੋ ਕੰਟੈਸਟ ਸੀ ਉਹ ਜਿੱਤ ਲਿਆ ਹੈ। and telling Vanda she had won, they told her how pretty her drawings were, ਅਤੇ ਉਸ ਨੂੰ ਇਹ ਦੱਸਣਾ ਕਿ ਉਸ ਦੀਆਂ ਡਰਾਇੰਗਸ ਕਿੰਨੀਆਂ ਸੁੰਦਰ ਸਨ। and they asked her if she liked where she was living and if she liked her new teacher, ਅਤੇ ਉਸ ਨੂੰ ਇਹ ਪੁੱਛਣਾ ਸੀ ਕਿ ਜਿੱਥੇ ਉਹ ਰਹਿ ਰਹੀ ਹੈ ਉਹ ਘਰ ਉਸ ਦਾ ਠੀਕ ਹੈ, ਚੰਗਾ ਹੈ, ਵਧੀਆ ਲੱਗਿਆ ਉਸ ਨੂੰ, ਅਤੇ ਉਸ ਦੀ ਨਵੀਂ ਟੀਚਰ ਉਸ ਨੂੰ ਕਿਸ ਤਰ੍ਹਾਂ ਲੱਗੀ। they had mean to say they were sorry, ਅਤੇ ਇਸ ਤਰ੍ਹਾਂ ਦਾ ਉਹਨਾਂ ਦਾ ਇਹ ਵੀ ਮਤਲਬ ਸੀ, ਉਸ ਨੂੰ ਸੌਰੀ ਕਹਿਣ ਦਾ ਵੀ ਮਤਲਬ ਸੀ। but it ended up with their just writing a friendly letter, the kind they would have written to any good friend। ਪਰ ਇਹ ਕਿਸ ਤਰ੍ਹਾਂ ਐਂਡ ਹੋਇਆ, ਇੱਕ ਫਰੈਂਡਲੀ ਲੈਟਰ ਦਾ ਜਿਸ ਤਰ੍ਹਾਂ ਉਹ ਐਂਡ ਕਰਦੀਆਂ ਸਨ, ਬਸ ਇਸ ਤਰ੍ਹਾਂ ਇਹ ਲੈਟਰ ਉਹਨਾਂ ਨੇ ਐਂਡ ਕਰ ਦਿੱਤਾ। ਅਤੇ and they signed it with lots of X's for love, ਅਤੇ ਲਾਸਟ ਉੱਪਰ ਉਹਨਾਂ ਨੇ ਕੀ ਹੈ ਕਾਫੀ X's ਬਣਾ ਦਿੱਤੇ ਇੱਕ ਚਿੰਨ੍ਹ ਦੇ ਤੌਰ ਤੇ, ਇੱਕ ਪਿਆਰ ਸ਼ੋਅ ਕਰਨ ਦੇ ਲਈ। they mailed the letter to Boggin Heights writing please forward on the envelope। ਉਹਨਾਂ ਨੇ ਕੀ ਇਸ ਲੈਟਰ ਦੇ ਕੀ ਲਿਖ ਦਿੱਤਾ, ਬੌਗਿਨ ਹਾਈਟ ਐਡਰੈਸ ਲਿਖਿਆ ਅਤੇ ਪਲੀਜ਼ ਫਾਰਵਰਡ ਲਿਖ ਦਿੱਤਾ, ਤਾਂ ਕਿ ਇਹ ਲੈਟਰ ਕੀ ਹੈ ਉਹ ਵੈਂਡਾ ਪੈਟਰੋਨਸਕੀ ਤੱਕ ਪੋਸਟ ਆਫਿਸ ਦੇ ਕਰਮਚਾਰੀ ਪਹੁੰਚਾ ਦੇਣ। Okay students, we will continue this chapter in our next video lecture. Thanks.